ਪਿਆਰੇ ਵਿਦਿਆਰਥੀਓ, ਅੱਜ ਮੈਂ ਤੁਹਾਨੂੰ 11th ਕਲਾਸ ਦੇ ਯੂਨਿਟ ਨੰਬਰ 1 ਫੰਕਸ਼ਨਲ ਇੰਗਲਿਸ਼ ਦੇ ਕੁਝ ਟੌਪਿਕਾਂ ਬਾਰੇ ਦੱਸਣ ਜਾ ਰਹੀ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕ੍ਰੋਸ ਸੈਲਿੰਗ। ਕ੍ਰੋਸ ਸੈਲਿੰਗ ਪਹਿਲੇ ਗਾਹਕ ਨੂੰ ਹੀ ਇੱਕ ਹੋਰ ਉਤਪਾਦ ਵੇਚਣ ਦੇ ਲਈ ਮੋਟੀਵੇਟ ਕਰਨਾ ਹੁੰਦਾ ਹੈ। ਬੱਚੇ, ਮੰਨ ਲਓ ਕਿ ਕੋਈ ਕਸਟਮਰ ਤੁਹਾਡੇ ਕੋਲ ਕੋਈ ਪ੍ਰੋਡਕਟ ਖਰੀਦਣ ਵਾਸਤੇ ਆਇਆ ਹੈ, ਠੀਕ ਹੈ। ਤੁਸੀਂ ਉਸ ਕਸਟਮਰ ਨੂੰ ਮੋਟੀਵੇਟ ਕਰਨਾ ਹੈ ਕਿ ਜਿਹੜਾ ਪ੍ਰੋਡਕਟ ਉਹ ਖਰੀਦ ਰਿਹਾ ਹੈ ਉਸ ਪ੍ਰੋਡਕਟ ਨਾਲ ਸੰਬੰਧਿਤ ਜਿਹੜੇ ਹੋਰ ਪ੍ਰੋਡਕਟ ਤੁਹਾਡੇ ਕੋਲ ਅਵੇਲੇਬਲ ਨੇ, ਤੁਸੀਂ ਉਹਨਾਂ ਬਾਰੇ ਵੀ ਉਸ ਨੂੰ ਸਮਝਾਉਣਾ ਹੈ, ਉਹਨਾਂ ਬਾਰੇ ਸੁਝਾਅ ਦੇਣੇ ਆ ਕਿ ਤੁਸੀਂ ਇਸ ਪ੍ਰੋਡਕਟ ਦੇ ਨਾਲ ਇਹ ਵਾਲੇ ਹੋਰ ਪ੍ਰੋਡਕਟ ਵੀ ਖਰੀਦ ਸਕਦੇ ਹੋ। ਇਸ ਨੂੰ ਬੱਚੇ ਬੋਲਦੇ ਆ ਕ੍ਰੋਸ ਸੈਲਿੰਗ। ਠੀਕ ਹੈ, ਆਪਾਂ ਇੱਕ ਉਦਾਹਰਨ ਲੈ ਕੇ ਸਮਝਦੇ ਹਾਂ। ਮੰਨ ਲਓ ਤੁਹਾਡੇ ਕੋਲ ਇੱਕ ਕਸਟਮਰ ਆਇਆ ਹੈ ਜੋ ਤੁਹਾਡੇ ਕੋਲ ਇੱਕ ਕੰਪਿਊਟਰ ਨੂੰ ਖਰੀਦਣਾ ਚਾਹੁੰਦਾ ਹੈ। ਠੀਕ ਹੈ ਬੱਚੇ, ਤੁਸੀਂ ਉਸ ਕਸਟਮਰ ਨੂੰ ਕੰਪਿਊਟਰ ਦੇ ਨਾਲ ਜਿਵੇਂ DVD ਪਲੇਅਰ ਹੈ ਜਾਂ ਕੋਈ ਗੇਮ ਦੀ CD ਦਾ ਆਫਰ ਵੀ ਦੱਸ ਸਕਦੇ ਹੋ ਕਿ ਤੁਸੀਂ ਇਸ ਪ੍ਰੋਡਕਟ ਦੇ ਨਾਲ ਇਹ ਵਾਲੇ ਪ੍ਰੋਡਕਟ ਨੂੰ ਵੀ ਖਰੀਦ ਸਕਦੇ ਹੋ। ਤੁਸੀਂ ਉਹਨਾਂ ਨੂੰ ਸੁਝਾਅ ਦੇਣਾ, ਤੁਸੀਂ ਉਹਨਾਂ ਨੂੰ ਮੋਟੀਵੇਟ ਕਰਨਾ ਹੈ ਤਾਂ ਜੋ ਉਹ ਆਪਣਾ ਮਾਈਂਡ ਸੈਟ ਕਰ ਸਕਣ ਹੋਰ ਵੀ ਪ੍ਰੋਡਕਟ ਨੂੰ ਲੈਣ ਵਾਸਤੇ। ਮੰਨ ਲਓ ਬੱਚੇ, ਇਸ ਤੋਂ ਇਲਾਵਾ ਆਪਾਂ ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲਸ ਲੈ ਸਕਦੇ ਹਾਂ। ਮੰਨ ਲਓ ਤੁਹਾਡੇ ਕੋਲ ਕੋਈ ਵੀ ਜਿਹੜਾ ਕਸਟਮਰ ਹੈਗਾ ਉਹ ਲੈਪਟਾਪ ਖਰੀਦਣ ਵਾਸਤੇ ਆਇਆ, ਤੁਸੀਂ ਉਸ ਨੂੰ ਨਾਲ ਲੈਪਟਾਪ ਦੇ ਨਾਲ ਹੋਰ ਆਫਰ ਦੇ ਸਕਦੇ ਹੋ। ਜਿਵੇਂ ਤੁਸੀਂ ਲੈਪਟਾਪ ਬੈਗ ਨੂੰ ਵੀ ਖਰੀਦ ਸਕਦੇ ਹੋ, ਤੁਸੀਂ ਇੱਕ ਮਾਊਸ ਨੂੰ ਵੀ ਲੈ ਸਕਦੇ ਹੋ, ਹਨਾ। ਸੋ ਇਹ ਇੱਕ ਸੇਲ ਪਰਸਨ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ ਕਿ ਉਸਨੇ ਆਪਣੇ ਕਸਟਮਰਸ ਨੂੰ ਉਤਸ਼ਾਹਿਤ ਕਰਨਾ ਹੁੰਦਾ ਹੈ, ਹੋਰ ਵੀ ਬਹੁਤ ਸਾਰੇ ਪ੍ਰੋਡਕਟਸ ਜਿਹੜੇ ਆ ਉਹਨਾਂ ਨੂੰ ਸੇਲ ਕਰਨਾ ਹੈ। ਕੱਲਾ ਸਿਰਫ ਇੱਕ ਪ੍ਰੋਡਕਟ ਹੀ ਸੇਲ ਨਹੀਂ ਹੋਣਾ ਚਾਹੀਦਾ, ਇਸ ਤੋਂ ਇਲਾਵਾ ਵੀ ਪ੍ਰੋਡਕਟਾਂ ਨੂੰ ਸੇਲ ਕਰਨ ਵਾਸਤੇ ਅਸੀਂ ਜਿਹੜਾ ਕ੍ਰੋਸ ਸੈਲਿੰਗ ਟਰਮ ਹੈ ਉਸ ਦੀ ਵਰਤੋਂ ਕਰਦੇ ਹਾਂ। ਇਸ ਨਾਲ ਸਾਡਾ ਜਿਹੜਾ ਵਪਾਰ ਹੁੰਦਾ, ਜੋ ਸਾਡਾ ਬਿਜ਼ਨਸ ਹੁੰਦਾ ਹੈ ਉਹ ਅੱਗੇ ਵੱਧਦਾ ਹੈ। ਸੋ ਇਹ ਸਾਰੀ ਜ਼ਿੰਮੇਵਾਰੀ ਬੱਚੇ ਕਿਹਦੀ ਬਣਦੀ ਹੈ? ਇੱਕ ਸੇਲ ਪਰਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਕਸਟਮਰ ਨੂੰ ਹੋਰ ਵੀ ਮਾਰਕੀਟ ਵਿੱਚ ਆਉਣ ਵਾਲੇ ਨਵੇਂ ਪ੍ਰੋਡਕਟਾਂ ਬਾਰੇ ਜਾਣਕਾਰੀ ਦੇਵੇ, ਉਹਨਾਂ ਨੂੰ ਸਮਝਾਏ ਕਿ ਜੋ ਵੀ ਪ੍ਰੋਡਕਟ ਉਹ ਖਰੀਦਣ ਜਾ ਰਹੇ ਆ ਉਸ ਦੇ ਨਾਲ ਸੰਬੰਧਿਤ ਹੋਰ ਵੀ ਬਹੁਤ ਸਾਰੇ ਪ੍ਰੋਡਕਟ ਉਹਨਾਂ ਦੀ ਦੁਕਾਨ ਵਿੱਚ ਅਵੇਲੇਬਲ ਨੇ ਜੋ ਉਹਨਾਂ ਨੂੰ ਕੱਲ ਵੀ ਮਤਲਬ ਕੰਮ ਵਿੱਚ ਆ ਸਕਦੇ ਨੇ। ਇਸ ਕਰਕੇ ਉਹ ਜ਼ਰੂਰ ਉਹਨਾਂ ਨੂੰ ਖਰੀਦਣ ਤੇ ਉਹਨਾਂ ਦੇ ਕੀ ਬੈਨੀਫਿਟਸ ਨੇ, ਕੀ ਫੀਚਰਸ ਨੇ, ਇਹ ਸਾਰਾ ਕੁਝ ਸਮਝਾਉਣਾ ਇੱਕ ਸੇਲਸ ਪਰਸਨ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ। ਹਾਂਜੀ ਬੱਚੇ, ਕ੍ਰੋਸ ਸੈਲਿੰਗ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਅਸੀਂ ਟੈਕਨੋਲੋਜੀ ਦੀ ਵਰਤੋਂ ਕਰਕੇ ਕਿਵੇਂ ਵਪਾਰ ਕਰ ਸਕਦੇ ਹਾਂ। ਜਿਵੇਂ ਕਿ ਬੱਚੇ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਕੱਲ੍ਹ ਅਸੀਂ ਆਨਲਾਈਨ ਅਤੇ ਟੈਲੀਫੋਨ ਦੀ ਵਰਤੋਂ ਕਰਕੇ ਬਹੁਤ ਸਾਰੀ ਜਿਹੜੇ ਸਮਾਨ ਹੈ ਉਹਨਾਂ ਦੀ ਸੇਲ ਹੋ ਰਹੀ ਹੈ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਅੱਜ ਕੱਲ੍ਹ ਅਲੱਗ-ਅਲੱਗ ਜਿਹੜੇ ਕੰਪਨੀਜ਼ ਨੇ ਉਹ ਆਪਣੀ ਪ੍ਰੋਡਕਟ ਨੂੰ ਤੇ ਆਪਣੀ ਸਰਵਿਸ ਨੂੰ ਸੇਲ ਕਰਨ ਵਾਸਤੇ ਜਾਂ ਤਾਂ ਟੈਲੀਫੋਨ ਦੀ ਵਰਤੋਂ ਕਰ ਰਹੇ ਨੇ ਜਾਂ ਉਹਨਾਂ ਨੇ ਆਨਲਾਈਨ ਵੈਬਸਾਈਟਾਂ ਬਣਾਈਆਂ ਹੋਈਆਂ ਨੇ ਆਪਣੇ ਪ੍ਰੋਡਕਟ ਨੂੰ ਸੇਲ ਕਰਨ ਵਾਸਤੇ। ਕਿਉਂਕਿ ਅੱਜ ਕੱਲ੍ਹ ਕੀ ਹੈ ਬੱਚੇ, ਆਨਲਾਈਨ ਇੰਟਰਨੈਟ ਦਾ ਜ਼ਮਾਨਾ ਹੈਗਾ। ਅੱਜ ਕੱਲ੍ਹ ਸਾਰੇ ਜਿਹੜੇ ਕਸਟਮਰਸ ਹੈਗੇ ਉਹ ਵੀ ਚਾਹੁੰਦੇ ਨੇ ਕਿ ਉਹਨਾਂ ਨੂੰ ਆਸਾਨੀ ਨਾਲ ਜਿਹੜਾ ਪ੍ਰੋਡਕਟ ਹੈ ਅਵੇਲੇਬਲ ਹੋ ਸਕੇ। ਇਸ ਕਰਕੇ ਅੱਜ ਕੱਲ੍ਹ ਜਿਹੜੀ ਆਨਲਾਈਨ ਸ਼ੋਪਿੰਗ ਹੈਗੀ ਆ, ਆਨਲਾਈਨ ਜਿਹੜਾ ਵਪਾਰ ਹੈਗਾ ਉਹ ਬਹੁਤ ਜ਼ਿਆਦਾ ਉਤਸ਼ਾਹਿਤ ਹੋ ਰਿਹਾ ਹੈ। ਠੀਕ ਹੈ ਬੱਚੇ, ਇਹੋ ਜਿਹੀ ਟੈਕਨੋਲੋਜੀ ਦੇ ਨਾਲ ਉਤਪਾਦ ਨੂੰ ਵੇਚਣ ਦਾ ਕੀ ਮੇਨ ਉਦੇਸ਼ ਹੁੰਦਾ ਹੈ ਕਿ ਇਸ ਨਾਲ ਅਸੀਂ ਆਪਣੇ ਜਿਹੜੇ ਕਸਟਮਰਸ ਹੈਗੇ ਆ ਉਹਨਾਂ ਦੀਆਂ ਜ਼ਰੂਰਤਾਂ ਅਤੇ ਉਹਨਾਂ ਦੀਆਂ ਚਾਹਤਾਂ ਨੂੰ ਪੂਰਾ ਕਰ ਸਕਦੇ ਹਾਂ ਤੇ ਇਸ ਨਾਲ ਸਾਡਾ ਜਿਹੜਾ ਕਸਟਮਰ ਹੈਗਾ ਉਹ ਖੁਸ਼ ਵੀ ਰਹਿੰਦਾ ਹੈ। ਗਾਹਕ ਸੇਲ ਅਧਿਕਾਰੀ ਇਹ ਜਾਣਦਾ ਹੈ ਕਿ ਮਾਰਕੀਟਿੰਗ ਗਾਹਕ ਨਾਲ ਚੰਗਾ ਸੰਬੰਧ ਬਣਾਉਂਦਾ ਹੈ ਤਾਂ ਜੋ ਉਹ ਉਹਨਾਂ ਦੀ ਕੰਪਨੀ ਦੇ ਉਤਪਾਦ ਨੂੰ ਖਰੀਦ ਸਕਣ। ਇੱਕ ਕਸਟਮਰ ਦਾ ਕੰਮ ਕੀ ਹੁੰਦਾ ਹੈ? ਪ੍ਰੋਡਕਟ ਨੂੰ ਲੈਣਾ, ਤੇ ਜਿਹੜਾ ਸੇਲ ਪਰਸਨ ਹੁੰਦਾ ਉਹਦਾ ਕੰਮ ਹੁੰਦਾ ਪ੍ਰੋਡਕਟ ਨੂੰ ਵੇਚਣਾ। ਜੇਕਰ ਸੇਲ ਪਰਸਨ ਵਿੱਚ ਵਧੀਆ ਕੁਆਲਿਟੀਜ਼ ਹੋਣਗੀਆਂ, ਉਹਦੇ ਵਿੱਚ ਵਧੀਆ ਕਮਿਊਨੀਕੇਸ਼ਨ ਸਕਿੱਲ ਹੋਣਗੇ ਤਾਂ ਉਹ ਆਪਣੇ ਪ੍ਰੋਡਕਟ ਦੀ ਵਧੀਆ ਸੇਲ ਕਰ ਸਕਦਾ ਹੈ। ਸੋ ਇਸ ਕਰਕੇ ਕਸਟਮਰ ਜਿਹੜੇ ਸਰਵਿਸ ਰਿਪਰੈਜ਼ੈਂਟੇਟਿਵ ਹੁੰਦੇ ਨੇ ਉਹਨਾਂ ਵਿੱਚ ਬਹੁਤ ਸਾਰੇ ਸਕਿੱਲਸ ਹੋਣੇ ਜ਼ਰੂਰੀ ਨੇ। ਉਹਨਾਂ ਵਿੱਚ ਵਧੀਆ ਕਮਿਊਨੀਕੇਸ਼ਨ ਸਕਿੱਲ ਹੋਣਾ ਚਾਹੀਦਾ ਹੈ, ਉਹਨਾਂ ਦੀ ਜਿਹੜੀ ਆਵਾਜ਼ ਹੈਗੀ ਉਹ ਦਮਦਾਰ ਹੋਣੀ ਚਾਹੀਦੀ ਹੈ, ਉਹ ਆਪਣੇ ਕੰਮ ਦੇ ਵਿੱਚ ਬਿਲਕੁਲ ਨਿਪੁੰਨ ਹੋਣੇ ਚਾਹੀਦੇ ਨੇ, ਉਹਨਾਂ ਨੂੰ ਗਾਹਕ ਦੀ ਜਿਹੜੀ ਗੱਲ ਹੈ ਬੜੀ ਧਿਆਨ ਨਾਲ ਸੁਣਨੀ ਚਾਹੀਦੀ ਹੈ ਤੇ ਹਰ ਗੱਲ ਦਾ ਹਾਜ਼ਰ ਜਵਾਬ ਹੋਣਾ ਵੀ ਬਹੁਤ ਜ਼ਰੂਰੀ ਹੈ। ਜੇਕਰ ਕੋਈ ਕਸਟਮਰ ਕੋਈ ਕੁਐਸਚਨ ਪੁੱਟ ਕਰ ਰਿਹਾ ਤੇ ਜਿਹੜੇ ਸੇਲ ਪਰਸਨ ਉਹਨਾਂ ਕੋਲੋਂ ਉਹਨਾਂ ਦੀ ਹਰ ਗੱਲ ਦਾ ਜਵਾਬ ਹੋਣਾ ਜ਼ਰੂਰੀ ਹੈ। ਜੋ ਸਾਡੇ ਸੇਲ ਪਰਸਨਸ ਹੁੰਦੇ ਨੇ ਉਹਨਾਂ ਨੂੰ ਬੋਲਣ ਦਾ ਸਲੀਕਾ ਵੀ ਹੋਣਾ ਚਾਹੀਦਾ ਹੈ।
ਉਹਨਾਂ ਨੂੰ ਹਮੇਸ਼ਾ ਆਪਣੇ ਬਿਹੇਵੀਅਰ ਨੂੰ ਪੇਸ਼ੈਂਸ ਨਾਲ ਰੱਖਣਾ ਚਾਹੀਦਾ ਹੈ। ਠੀਕ ਹੈ, ਤੇ ਹਮੇਸ਼ਾ ਆਪਣੇ ਜਿਹੜੇ ਕਸਟਮਰਸ ਆ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ, ਉਹਨਾਂ ਦੀ ਜਿਹੜੇ ਪ੍ਰੋਬਲਮਸ ਹੈਗੇ ਉਹਨਾਂ ਨੂੰ ਸੋਲਵ ਕਰਨਾ ਚਾਹੀਦਾ। ਜੇਕਰ ਅਸੀਂ ਆਨਲਾਈਨ ਵਪਾਰ ਨੂੰ ਵਧਾਉਣਾ ਚਾਹੁੰਦੇ ਹਾਂ, ਅਸੀਂ ਆਪਣੇ ਬਿਜ਼ਨਸ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ, ਤਾਂ ਇਹ ਇੱਕ ਸੇਲਸ ਪਰਸਨ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਬੱਚੇ, ਕਿ ਉਹ ਆਪਣੇ ਜਿਹੜਾ ਵੀ ਜੋ ਵੀ ਸੇਲਸ ਕਰ ਰਿਹਾ ਹੈਗਾ ਆ ਉਹਦੇ ਬਾਰੇ, ਆਪਣੇ ਪ੍ਰੋਡਕਟਾਂ ਬਾਰੇ ਆਪਣੇ ਕਸਟਮਰਾਂ ਨੂੰ ਜਾਣਕਾਰੀ ਦੇਵੇ। ਉਹ ਵੱਧ ਤੋਂ ਵੱਧ ਲੋਕਾਂ ਨੂੰ ਸਮਝਾਏ ਕਿ ਜੋ ਉਹ ਪ੍ਰੋਡਕਟ ਸੇਲ ਕਰ ਰਹੇ ਨੇ, ਜੋ ਉਹਨਾਂ ਦੀ ਕੰਪਨੀ ਪ੍ਰੋਡਕਟ ਵੇਚ ਰਹੀ ਹੈ, ਇਹਨਾਂ ਦੇ ਉਹਨਾਂ ਨੂੰ ਕੀ ਫਾਇਦੇ ਨੇ, ਇਹਨਾਂ ਵਿੱਚ ਕਿਹੜੇ ਕਿਹੜੇ ਫੀਚਰਸ ਨੇ। ਠੀਕ ਹੈ, ਇਹ ਸਾਰਾ ਕੁਝ ਕਿਹਦੇ ਤੇ ਡਿਪੈਂਡ ਕਰਦਾ, ਇੱਕ ਸੇਲ ਪਰਸਨ ਤੇ। ਇੱਕ ਸੇਲ ਪਰਸਨ ਹੀ ਆਪਣੀ ਕੰਪਨੀ ਲਈ ਬਹੁਤ ਵਧੀਆ ਕੰਮ ਕਰ ਸਕਦਾ ਹੈ। ਸੋ ਬੱਚੇ, ਹਮੇਸ਼ਾ ਹੀ ਇੱਕ ਸੇਲ ਪਰਸਨ ਨੂੰ ਮੁਸਕਰਾ ਕੇ ਹੀ ਗੱਲਬਾਤ ਕਰਨੀ ਚਾਹੀਦੀ ਹੈ, ਤੇ ਕਦੀ ਕਦੀ ਗੱਲ ਨੂੰ ਮਜ਼ਾਕ ਵਿੱਚ ਵੀ ਕਰਨਾ ਚਾਹੀਦਾ ਹੈ, ਤਾਂ ਜੋ ਜਿਹੜਾ ਕਸਟਮਰ ਆ ਉਹ ਵੀ ਉਹਦੇ ਤੋਂ ਖੁਸ਼ ਹੋ ਸਕੇ। ਸੋ ਬੱਚਿਓ, ਅਸੀਂ ਗੱਲ ਕਰ ਰਹੇ ਹਾਂ ਕਿ ਅੱਜ ਕੱਲ੍ਹ ਜਿਹੜੀ ਟੈਕਨੋਲੋਜੀ ਹੈਗੀ ਆ ਉਹਦੀ ਵਰਤੋਂ ਕਰਕੇ ਅਸੀਂ ਆਪਣਾ ਜਿਹੜਾ ਵਪਾਰ ਹੈਗਾ ਉਹ ਕਿਵੇਂ ਵਧਾ ਸਕਦੇ ਹਾਂ। ਆਈ ਥਿੰਕ ਬੱਚੇ ਤੁਹਾਨੂੰ ਸਮਝ ਲੱਗ ਗਈ ਹੋਏਗੀ ਕਿ ਅੱਜ ਕੱਲ੍ਹ ਜਿਹੜਾ ਆਨਲਾਈਨ ਕੰਮ ਕਰਕੇ ਹੀ ਹਰ ਜਿਹੜਾ ਇਨਸਾਨ ਹੈਗਾ ਉਹ ਪੈਸਾ ਕਮਾ ਰਿਹਾ। ਜਿੰਨੀਆਂ ਵੀ ਕੰਪਨੀਜ਼ ਹੈਗੀਆਂ ਨੇ ਅੱਜ ਕੱਲ੍ਹ ਆਨਲਾਈਨ ਬਿਜ਼ਨਸ ਨੂੰ ਹੀ ਉਤਸ਼ਾਹਿਤ ਕਰ ਰਹੀਆਂ ਨੇ। ਤੁਸੀਂ ਖੁਦ ਵੀ ਤਾਂ ਬੱਚੇ ਦੇਖਦੇ ਹੋਵੋਗੇ, ਤੁਸੀਂ ਖੁਦ ਵੀ ਘਰਾਂ 'ਚ ਬੈਠ ਕੇ ਆਨਲਾਈਨ ਸ਼ੋਪਿੰਗ ਕਰਦੇ ਹੋ, ਅਲੱਗ-ਅਲੱਗ ਵੈਬਸਾਈਟਸ ਬਣੀਆਂ ਹੋਈਆਂ ਨੇ। ਠੀਕ ਹੈ, ਕਿਉਂਕਿ ਉਹ ਸਾਨੂੰ ਵਧੀਆ ਪ੍ਰੋਡਕਟ ਦੇ ਰਹੀਆਂ ਨੇ, ਜੋ ਵੀ ਕੰਪਨੀਜ਼ ਨੇ ਉਹ ਆਪਣੇ ਕਸਟਮਰਸ ਨੂੰ ਸੈਟਿਸਫਾਈਡ ਕਰ ਰਹੀਆਂ ਨੇ। ਸੋ ਬੱਚਿਓ, ਆਨਲਾਈਨ ਜਿਹੜੀ ਵੀ ਸ਼ੋਪਿੰਗ ਆਪਾਂ ਕਰਨੀ ਹੁੰਦੀ ਹੈ ਉਹਦੇ ਵਾਸਤੇ ਜਿਹੜਾ ਸੇਲਸ ਪਰਸਨ ਹੈਗੇ ਉਹਦੀ ਜ਼ਿੰਮੇਵਾਰੀ ਬਣਦੀ ਹੈਗੀ ਹੈ ਕਿ ਉਹ ਆਪਣੇ ਜਿਹੜੇ ਕਸਟਮਰਸ ਆ ਉਹਨਾਂ ਨੂੰ ਹਰ ਤਰੀਕੇ ਨਾਲ ਖੁਸ਼ ਰੱਖੇ, ਤੇ ਉਹਨਾਂ ਨਾਲ ਆਪਣੇ ਕਸਟਮਰ ਨਾਲ ਚੰਗਾ ਸੰਬੰਧ ਬਣਾ ਕੇ ਰੱਖੇ। ਹਾਂਜੀ ਵਿਦਿਆਰਥੀਓ, ਅੱਗੇ ਅਸੀਂ ਗੱਲ ਕਰਾਂਗੇ ਕਿ ਅਸੀਂ ਆਪਣੇ ਪ੍ਰੋਡਕਟ ਦੀ ਪ੍ਰਮੋਸ਼ਨ ਕਿਵੇਂ ਕਰ ਸਕਦੇ ਹਾਂ। ਪ੍ਰੋਡਕਟ ਦੀ ਪ੍ਰਮੋਸ਼ਨ ਕਰਨ ਤੋਂ ਕੀ ਭਾਵ ਹੈਗਾ ਕਿ ਅਸੀਂ ਆਪਣੇ ਪ੍ਰੋਡਕਟ ਦੀ ਵੱਧ ਤੋਂ ਵੱਧ ਐਡਵਰਟਾਈਜ਼ਮੈਂਟ ਕਰਨੀ ਹੈ, ਜਾਂ ਜਿਹੜੀ ਐਡਵਰਟਾਈਜ਼ਮੈਂਟ ਉਹ ਅਸੀਂ ਉਹਦੇ ਵਿੱਚ ਕੁਝ ਬੋਨਸ ਸੁਵਿਧਾਵਾਂ ਐਡ ਕਰਕੇ ਵੀ ਕਰ ਸਕਦੇ ਹਾਂ। ਇਸ ਚੀਜ਼ ਦਾ ਮਕਸਦ ਕੀ ਹੈਗਾ, ਅਸੀਂ ਆਪਣੀ ਸੇਲ ਨੂੰ ਵਧਾਉਣਾ ਚਾਹੁੰਦੇ ਹਾਂ। ਆਪਣੀ ਸੇਲ ਨੂੰ ਵਧਾਉਣ ਵਾਸਤੇ ਅਸੀਂ ਜਿਹੜੀ ਐਡਵਰਟਾਈਜ਼ਮੈਂਟ ਕਰਾਂਗੇ ਅਤੇ ਉਸ ਦੇ ਨਾਲ ਕੁਝ ਆਫਰ ਲਗਾਵਾਂਗੇ, ਤਾਂ ਜੋ ਜਿਹੜੇ ਕਸਟਮਰ ਹੈਗੇ ਆ ਸਾਡੇ ਕੋਲ ਵੱਧ ਤੋਂ ਵੱਧ ਪ੍ਰੋਡਕਟ ਜਿਹੜੇ ਉਹ ਖਰੀਦਣ। ਠੀਕ ਹੈ ਬੱਚੇ, ਸੋ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਕਿ ਮੰਨ ਲਓ ਤੁਸੀਂ ਸੇਲ ਲਾਈ ਹੋਈ ਹੈ ਕਿ ਜੇਕਰ ਕੋਈ ਕਸਟਮਰ ਇੱਕ ਡੈਸਕਟਾਪ ਕੰਪਿਊਟਰ ਖਰੀਦੇਗਾ ਤਾਂ ਉਸ ਨੂੰ ਉਸ ਦੇ ਨਾਲ ਸਪੀਕਰਾਂ ਦਾ ਇੱਕ ਜੋੜਾ ਫ੍ਰੀ ਵਿੱਚ ਮਿਲੇਗਾ। ਜਾਂ ਫਿਰ ਜੇਕਰ ਕੋਈ ਰਿਲਾਇੰਸ ਦਾ ਡਾਟਾ ਕਾਰਡ ਖਰੀਦੇਗਾ ਤਾਂ ਉਸ ਨੂੰ ਪਹਿਲੇ ਸਾਲ ਦੇ ਬਿੱਲ ਉਤੇ 25% ਦਾ ਡਿਸਕਾਊਂਟ ਮਿਲੇਗਾ। ਇਸ ਤਰੀਕੇ ਨਾਲ ਅਸੀਂ ਅਲੱਗ-ਅਲੱਗ ਜਿਹੜੇ ਆਫਰ ਲਗਾ ਕੇ ਆ ਉਹ ਅਸੀਂ ਆਪਣੇ ਪ੍ਰੋਡਕਟ ਦੀ ਜਿਹੜੀ ਹੈ ਪ੍ਰਮੋਸ਼ਨ ਹੈ ਉਹ ਕਰ ਸਕਦੇ ਹਾਂ। ਠੀਕ ਹੈ, ਜਦੋਂ ਅਸੀਂ ਆਪਣੇ ਪ੍ਰੋਡਕਟ ਦੀ ਪ੍ਰਮੋਸ਼ਨ ਕਰਨੀ ਹੁੰਦੀ ਹੈ ਬੱਚੇ, ਉਹਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਆਪਣੇ ਪ੍ਰੋਡਕਟ ਦੇ ਕੀ ਫੀਚਰਸ ਨੇ, ਕੀ ਬੈਨੀਫਿਟਸ ਨੇ, ਉਹਨਾਂ ਬਾਰੇ ਕਸਟਮਰ ਨੂੰ ਜਾਣੂ ਕਰਵਾਉਣਾ ਹੁੰਦਾ ਹੈ। ਠੀਕ ਹੈ, ਉਸ ਤੋਂ ਇਲਾਵਾ ਜਿਹੜੇ ਵੀ ਕਸਟਮਰਾਂ ਦੇ ਪ੍ਰਸ਼ਨਸ ਹੁੰਦੇ ਨੇ ਉਹਨਾਂ ਦੇ ਆਨਸਰ ਦੇਣੇ ਹੁੰਦੇ ਆ। ਉਸ ਤੋਂ ਇਲਾਵਾ ਅਗਲੇ ਆਉਣ ਵਾਲੇ ਟਾਈਮ ਵਿੱਚ ਸਾਡੇ ਕਿਹੜੇ ਨਵੇਂ ਪ੍ਰੋਡਕਟ ਮਾਰਕੀਟ ਵਿੱਚ ਅਵੇਲੇਬਲ ਹੋਣਗੇ, ਅਸੀਂ ਉਹਨਾਂ ਬਾਰੇ ਵੀ ਆਪਣੇ ਕਸਟਮਰ ਨੂੰ ਜਾਣਕਾਰੀ ਦੇ ਸਕਦੇ ਹਾਂ। ਸੋ ਬੱਚੇ, ਪ੍ਰੋਡਕਟ ਦੀ ਪ੍ਰਮੋਸ਼ਨ ਲਈ ਸਭ ਤੋਂ ਜ਼ਰੂਰੀ ਹਿੱਸਾ ਕੀ ਹੈਗਾ, ਇਸ਼ਤਿਹਾਰਬਾਜ਼ੀ ਕਰਨਾ, ਐਡਵਰਟਾਈਜ਼ਮੈਂਟ ਕਰਨਾ। ਠੀਕ ਹੈ ਬੱਚੇ, ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਅਸੀਂ ਆਪਣੀ ਡੀਲ ਨੂੰ ਕਲੋਜ਼ ਕਿਵੇਂ ਕਰ ਸਕਦੇ ਹਾਂ। ਜੇਕਰ ਅਸੀਂ ਆਪਣੀ ਡੀਲ ਨੂੰ ਕਲੋਜ਼ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਗਾਹਕਾਂ ਦੇ ਪ੍ਰਸ਼ਨਾਂ ਦੇ ਜਵਾਬ ਦੇਣੇ ਪੈਣਗੇ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਕਸਟਮਰ ਹੈਗਾ ਆ ਉਸ ਨਾਲ ਅਸੀਂ ਆਪਣੀ ਡੀਲ ਨੂੰ ਖਤਮ ਕਰੀਏ, ਠੀਕ ਹੈ ਬੱਚੇ, ਸਾਨੂੰ ਆਪਣੇ ਕਸਟਮਰ ਨੂੰ ਸੈਟਿਸਫਾਈਡ ਕਰਨਾ ਪਵੇਗਾ। ਠੀਕ ਹੈ, ਸਾਡੀ ਇਹ ਪੂਰੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜਿਹੜਾ ਗਾਹਕ ਹੈਗਾ ਉਹ ਸਾਡੇ ਉਤਪਾਦ ਨੂੰ ਜ਼ਰੂਰ ਖਰੀਦੇ। ਅਸੀਂ ਉਸ ਨੂੰ ਇਸ ਤਰੀਕੇ ਨਾਲ ਸੁਝਾਅ ਦੇਣੇ ਨੇ, ਇਸ ਤਰੀਕੇ ਨਾਲ ਉਹਨਾਂ ਨਾਲ ਗੱਲਬਾਤ ਕਰਨੀ ਹੈ ਕਿ ਉਹ ਜਿਹੜਾ ਆ ਉਹਨਾਂ ਦਾ ਪੂਰਾ ਜਿਹੜਾ ਮਨ ਹੈ ਉਹ ਸਾਡਾ ਪ੍ਰੋਡਕਟ ਨੂੰ ਖਰੀਦਣ ਵਾਸਤੇ ਬਣ ਜਾਵੇ। ਠੀਕ ਹੈ, ਤੇ ਡੀਲ ਖਤਮ ਕਰਨ ਦੇ ਲਈ ਜੋ ਵੀ ਉਸ ਪ੍ਰੋਡਕਟ ਦੇ ਬੈਨੀਫਿਟਸ ਨੇ, ਠੀਕ ਹੈ, ਉਹਦੀ ਸੁਵਿਧਾਵਾਂ ਨੇ, ਸਾਨੂੰ ਉਹਨਾਂ ਬਾਰੇ ਵੀ ਕਸਟਮਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿ ਇਸ ਪ੍ਰੋਡਕਟ ਦੇ ਸਾਨੂੰ ਜਾਂ ਉਹਨਾਂ ਨੂੰ ਕੱਲ੍ਹ ਨੂੰ ਕੀ ਬੈਨੀਫਿਟ ਹੋਣਗੇ। ਸੋ ਡੀਲ ਨੂੰ ਖਤਮ ਕਰਨ ਤੋਂ ਪਹਿਲਾਂ ਅਸੀਂ ਆਪਣੇ ਕਸਟਮਰ ਦੇ ਹਰ ਇੱਕ ਪ੍ਰਸ਼ਨ ਦਾ ਉੱਤਰ ਦੇਣਾ ਤੇ ਉਹਨਾਂ ਨੂੰ ਹਰ ਤਰੀਕੇ ਨਾਲ ਖੁਸ਼ ਕਰਨਾ, ਤਾਂ ਜੋ ਹੋਰ ਵੀ ਬਹੁਤ ਸਾਰੇ ਜਿਹੜੇ ਪ੍ਰੋਡਕਟ ਹੈਗੇ ਉਹ ਨਵੇਂ ਜਿਹੜੇ ਆ ਇਹ ਉਸ ਸ਼ੌਪ ਤੋਂ ਖਰੀਦ ਕੇ ਜਾਣ ਅਤੇ ਇਸ ਨਾਲ ਸਾਡਾ ਜਿਹੜਾ ਵਪਾਰ ਹੈਗਾ ਉਹਦੇ ਵਿੱਚ ਵਾਧਾ ਹੋ ਸਕੇ। ਕਿਉਂਕਿ ਬੱਚੇ, ਇਹ ਸਾਡੀ ਰਿਸਪੌਂਸਿਬਿਲਟੀ ਬਣਦੀ ਹੈ, ਇੱਕ ਸੇਲਸ ਪਰਸਨ ਦੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਉਹ ਆਪਣੇ ਵਪਾਰ ਨੂੰ ਵਧਾਉਣ ਵਾਸਤੇ ਵੱਧ ਤੋਂ ਵੱਧ ਕਸਟਮਰਾਂ ਨੂੰ ਆਪਣੇ ਨਾਲ ਜੋੜੇ। ਜੋੜਨ ਦਾ ਤਰੀਕਾ ਕੀ ਹੈ ਕਿ ਜੇਕਰ ਅਸੀਂ ਉਹਨਾਂ ਨੂੰ ਖੁਸ਼ ਰੱਖਾਂਗੇ, ਉਹਨਾਂ ਦੇ ਹਰ ਮੁਸ਼ਕਲ ਦਾ ਹੱਲ ਲੱਭਾਂਗੇ, ਤਾਂ ਕਸਟਮਰ ਜ਼ਰੂਰ ਸਾਡੇ ਕੋਲੋਂ ਵੱਧ ਤੋਂ ਵੱਧ ਪ੍ਰੋਡਕਟ ਜਿਹੜੇ ਉਹ ਖਰੀਦਣਗੇ।
ਇਸ ਤੋਂ ਬਾਅਦ ਅਸੀਂ ਬੱਚੇ ਗੱਲ ਕਰਾਂਗੇ ਸਟਾਕ ਕਾਊਂਟਿੰਗ। ਜੋ ਇੱਕ ਸੇਲ ਪਰਸਨ ਹੁੰਦਾ ਹੈ, ਗਾਹਕ ਪ੍ਰਤੀਨਿਧ ਹੁੰਦਾ ਹੈ, ਉਹਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਿਰਫ ਇਹੀ ਨਹੀਂ ਹੁੰਦਾ ਕਿ ਉਸਨੇ ਆਪਣੇ ਸਮਾਨ ਨੂੰ, ਆਪਣੇ ਪ੍ਰੋਡਕਟ ਨੂੰ ਸੇਲ ਕਰਨਾ ਹੈ। ਇਸ ਤੋਂ ਇਲਾਵਾ ਰੂਟੀਨ ਦੇ ਵਿੱਚ ਜੋ ਉੱਥੇ ਸਟਾਕ ਪਿਆ ਹੋਇਆ ਹੈ ਉਸ ਨੂੰ ਗਿਣਨਾ ਵੀ ਉਸ ਦਾ ਇੱਕ ਮਹੱਤਵਪੂਰਨ ਕੰਮ ਹੁੰਦਾ ਹੈ। ਸਟਾਕ ਦੀ ਗਿਣਤੀ, ਜਿਵੇਂ ਕਿ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਉਸ ਨੂੰ ਸਟਾਕ ਨੂੰ ਗਿਣਨਾ ਜੋ ਸਾਡੇ ਕੋਲ ਮੌਜੂਦ ਹੈ, ਜਿਹੜਾ ਵੀ ਸਟਾਕ ਸ਼ਾਪ ਦੇ ਵਿੱਚ ਅਵੇਲੇਬਲ ਹੈਗਾ ਉਸ ਦੀ ਕਾਊਂਟਿੰਗ ਕਰਨੀ ਕਿ ਕਿੰਨਾ ਦੁਕਾਨ ਵਿੱਚ ਮਾਲ ਜਿਹੜਾ ਉਹ ਪਿਆ ਹੋਇਆ ਹੈ। ਇਹ ਵਪਾਰ ਦੇ ਨਜ਼ਰੀਏ ਤੋਂ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਵਸਤੂਆਂ ਦੀ ਗਿਣਤੀ ਨੂੰ ਨਾ ਯਾਦ ਰੱਖਣਾ ਜਾਂ ਉਹਨਾਂ ਨੂੰ ਟਰੈਕ ਨਾ ਕਰਨ ਦੇ ਨਾਲ ਕਾਰੋਬਾਰ ਵਿੱਚ ਕੀ ਹੁੰਦਾ ਬੱਚੇ, ਨੁਕਸਾਨ ਹੁੰਦਾ। ਇਸ ਲਈ ਸਾਡੇ ਕੋਲ ਹਰ ਇੱਕ ਸਮਾਨ ਦੀ ਗਿਣਤੀ ਹੋਣੀ ਜ਼ਰੂਰੀ ਹੈ। ਜਦੋਂ ਅਸੀਂ ਸਟਾਕ ਦੀ ਕਾਊਂਟਿੰਗ ਕਰਦੇ ਹਾਂ ਤਾਂ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਜਿਹੜੀਆਂ ਸ਼ਾਮਲ ਹੁੰਦੀਆਂ ਨੇ, ਕਿਹੜੇ ਕੰਮ ਆ ਸਕਦੇ ਨੇ ਉਸ ਕੰਮ ਦੇ ਲਈ। ਸਥਾਨ ਦੀ ਪਹਿਚਾਣ ਕਰਨੀ ਹੈ ਕਿ ਕਿਹੜਾ ਸਥਾਨ ਸਭ ਤੋਂ ਵਧੀਆ ਹੋਏਗਾ ਆਪਣੇ ਪ੍ਰੋਡਕਟ ਨੂੰ ਦਿਖਾਉਣ ਵਾਸਤੇ। ਫਿਰ ਅਸੀਂ ਆਪਣੇ ਪ੍ਰੋਡਕਟਾਂ ਦਾ ਸਹੀ ਤਰੀਕੇ ਨਾਲ ਪ੍ਰਬੰਧ ਕਰਨਾ ਆ ਤਾਂ ਜੋ ਜਿਹੜੇ ਵੀ ਕਸਟਮਰ ਉਸ ਪ੍ਰੋਡਕਟ ਨੂੰ ਖਰੀਦਣ ਵਾਸਤੇ ਆਉਣ ਉਸ ਚੀਜ਼ ਤੋਂ ਅਟਰੈਕਟ ਹੋ ਸਕਣ ਤੇ ਉਹ ਆਸਾਨੀ ਨਾਲ ਆਪਣੇ ਪ੍ਰੋਡਕਟ ਨੂੰ ਲੱਭ ਵੀ ਸਕਣ। ਇਸ ਤੋਂ ਇਲਾਵਾ ਸਾਨੂੰ ਉਤਪਾਦ ਨੂੰ ਹਰ ਰੋਜ਼ ਗਿਣਨਾ ਵੀ ਚਾਹੀਦਾ ਹੈ ਕਿ ਸਾਡੇ ਕੋਲ ਪਹਿਲਾਂ ਕਿੰਨਾ ਪ੍ਰੋਡਕਟ ਸੀਗਾ ਮੌਜੂਦ, ਕਿੰਨੇ ਇਹਦੇ ਵਿੱਚ ਅਸੀਂ ਵੇਚ ਦਿੱਤੇ ਆ, ਕਿੰਨੇ ਸੇਲ ਹੋ ਗਏ ਤੇ ਕਿੰਨੇ ਸਾਡੇ ਕੋਲ ਹੁਣ ਬਾਕੀ ਰਹਿ ਗਏ ਹਨ। ਸੋ ਸਟਾਕ ਦੀ ਗਿਣਤੀ ਫਾਰਮੈਟ ਨੂੰ ਅਪਡੇਟ ਕਰਨਾ, ਠੀਕ ਹੈ। ਸਾਨੂੰ ਹਰ ਵੇਲੇ ਪਲੈਨਿੰਗ ਵੀ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਜਿਹੜਾ ਸਟਾਕ ਹੈ ਇਸ ਨੂੰ ਕਿੱਦਾਂ ਵੱਧ ਤੋਂ ਵੱਧ ਸੇਲ ਕਰ ਸਕਦੇ ਹਾਂ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਬੱਚਿਓ ਅਸੀਂ ਆਪਣੇ ਜਿਹੜਾ ਬਿਜ਼ਨਸ ਹੈ ਉਸ ਦੇ ਵਿੱਚ ਵਾਧਾ ਕਰ ਸਕਦੇ ਹਾਂ, ਕਿਉਂਕਿ ਸਟਾਕ ਦੀ ਜਿਹੜੀ ਗਿਣਤੀ ਹੈਗੀ ਉਹ ਸਾਡੇ ਕੋਲ ਹੋਣੀ ਬਹੁਤ ਜ਼ਰੂਰੀ ਹੈਗੀ ਹੈ, ਠੀਕ ਹੈ। ਤੇ ਅਸੀਂ ਕਿਉਂ ਮਤਲਬ ਮੋਸਟਲੀ ਕਾਊਂਟ ਕਰਦੇ ਹਾਂ ਆਪਣੇ ਸਟਾਕ ਨੂੰ, ਕਿਉਂ ਸਾਨੂੰ ਪਤਾ ਹੋਣਾ ਚਾਹੀਦਾ ਤਾਂ ਜੋ ਸਾਡਾ ਜਿਹੜਾ ਬਿਜ਼ਨਸ ਹੈਗਾ ਉਹ ਐਕੂਰੇਸੀ ਨਾਲ ਚੱਲ ਸਕੇ। ਸਾਨੂੰ ਪਤਾ ਹੋਵੇ ਕਿ ਸਾਡੇ ਕੋਲ ਦੁਕਾਨ ਦੇ ਵਿੱਚ ਕਿੰਨਾ ਸਮਾਨ ਪਿਆ ਹੋਇਆ ਤਾਂ ਜੋ ਜੇ ਕਸਟਮਰ ਸਾਡੇ ਕੋਲ ਕੋਈ ਚੀਜ਼ ਖਰੀਦਣ ਵਾਸਤੇ ਆਵੇ ਤੇ ਕੱਲ ਨੂੰ ਉਹਨੂੰ ਖਾਲੀ ਹੱਥ ਨਾ ਮੁੜਨਾ ਪਵੇ। ਸਾਨੂੰ ਪਤਾ ਹੋਵੇ ਕਿ ਲੋਕਾਂ ਦੀ ਇਹ ਵਾਲੀਆਂ ਜ਼ਰੂਰਤਾਂ ਹੈਗੀਆਂ ਨੇ, ਕਸਟਮਰ ਇਹ ਚੀਜ਼ ਚਾਹੁੰਦੇ ਨੇ, ਅਸੀਂ ਉਹਨਾਂ ਨੂੰ ਉਹ ਵਾਲੀ ਜਿਹੜੀ ਚੀਜ਼ ਹੈਗੀ ਉਹ ਅਵੇਲੇਬਲ ਹਰ ਹਾਲਤ ਵਿੱਚ ਕਰਵਾਉਣੀ ਹੈ। ਹਾਂਜੀ ਬੱਚਿਓ, ਅੱਗੇ ਅਸੀਂ ਗੱਲ ਕਰਾਂਗੇ ਕਿ ਕਸਟਮਰ ਸਰਵਿਸ ਰਿਪੋਰਟ ਕੀ ਹੁੰਦੀ ਹੈ, ਗਾਹਕ ਸੇਵਾ ਰਿਪੋਰਟ ਕੀ ਹੁੰਦੀ ਹੈ। ਬੱਚੇ ਜੇਕਰ ਅਸੀਂ ਆਪਣੇ ਵਪਾਰ ਨੂੰ, ਆਪਣੇ ਬਿਜ਼ਨਸ ਨੂੰ ਸਫਲ ਤਰੀਕੇ ਨਾਲ ਕਰਨਾ ਚਾਹੁੰਦੇ ਹਾਂ ਤਾਂ ਉਹਦੇ ਵਾਸਤੇ ਸਾਡੇ ਕੋਲ ਕਸਟਮਰ ਸਰਵਿਸ ਰਿਪੋਰਟ ਜਿਹੜੀ ਆ ਉਹ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਜਿਹੜਾ ਵੀ ਸੇਲ ਪਰਸਨ ਹੁੰਦਾ ਹੈ ਉਸ ਕੋਲ ਸੇਵਾ ਰਿਪੋਰਟਾਂ ਜਾਂ ਕਾਰ ਰਿਪੋਰਟਾਂ ਦੀ ਗਿਣਤੀ ਹੋਣੀ ਚਾਹੀਦੀ ਹੈ ਕਿ ਜੋ ਵੀ ਗਾਹਕ ਅਸੀਂ ਦਿਨ ਵਿੱਚ ਅਟੈਂਡ ਕੀਤੇ ਨੇ, ਸਾਡੇ ਕੋਲ ਹਰ ਇੱਕ ਗਾਹਕ ਦਾ ਕੀ ਹੋਣਾ ਚਾਹੀਦਾ ਬੱਚੇ, ਰਿਕਾਰਡ ਹੋਣਾ ਚਾਹੀਦਾ ਹੈ, ਠੀਕ ਹੈ। ਜੇਕਰ ਸਾਨੂੰ ਪਤਾ ਹੋਵੇਗਾ ਕਿ ਅਸੀਂ ਦਿਨ ਵਿੱਚ ਕਿੰਨੇ ਕਸਟਮਰ ਅਟੈਂਡ ਕੀਤੇ ਨੇ, ਉਹਨਾਂ ਦੀ ਕੀ ਰਿਕੁਆਇਰਮੈਂਟ ਸੀ, ਹਰ ਇੱਕ ਜਿਹੜਾ ਕਸਟਮਰ ਹੈ ਉਹ ਕੀ ਸਾਡੇ ਕੋਲ ਖਰੀਦਣਾ ਚਾਹੁੰਦਾ ਹੈ, ਸਾਡੇ ਕੋਲ ਇਸ ਚੀਜ਼ ਦਾ ਰਿਕਾਰਡ ਹੋਣਾ ਚਾਹੀਦਾ ਹੈ ਕਿ ਕਿਹੜੇ ਗਾਹਕ ਨੇ ਸਾਨੂੰ ਕਦੋਂ ਕਾਲ ਕੀਤੀ ਹੈ, ਉਹ ਸਾਡੇ ਤੋਂ ਕੀ ਚਾਹੁੰਦਾ, ਉਹਦੀ ਕੀ ਡਿਮਾਂਡ ਹੈ, ਇਸ ਬਾਰੇ ਸਾਨੂੰ ਜਿਹੜਾ ਪਤਾ ਹੋਣਾ ਚਾਹੀਦਾ ਹੈ। ਤੇ ਇਸ ਕੰਮ ਵਾਸਤੇ ਸਾਡੀ ਕੌਣ ਹੈਲਪ ਕਰਦਾ ਹੈ, ਜਿਹੜੀ ਗਾਹਕ ਸੇਵਾ ਰਿਪੋਰਟ ਹੁੰਦੀ ਆ ਉਹ ਇਸੇ ਕੰਮ ਲਈ ਅਸੀਂ ਤਿਆਰ ਕੀਤੀ ਹੁੰਦੀ ਹੈ ਕਿ ਸਾਡੇ ਕੋਲ ਆਪਣੇ ਕਸਟਮਰਾਂ ਦਾ ਰਿਕਾਰਡ ਹੋਵੇ ਜੋ ਸਾਨੂੰ ਡੇਲੀ ਕਾਲਸ ਕਰ ਰਹੇ ਨੇ, ਉਹਨਾਂ ਦੀ ਕੀ ਕੁਐਰੀਜ਼ ਨੇ ਸਾਨੂੰ ਪਤਾ ਹੋਵੇ, ਠੀਕ ਹੈ ਬੱਚੇ। ਜਿਹੜੀ ਕਾਲ ਰਿਪੋਰਟ ਹੁੰਦੀ ਹੈ ਉਹਦੇ ਵਿੱਚ ਆਮ ਤੌਰ ਤੇ ਕੀ ਹੁੰਦਾ ਕਿ ਜਿਹੜੀ ਵੀ ਅਸੀਂ ਗਾਹਕਾਂ ਨਾਲ ਗੱਲਬਾਤ ਕੀਤੀ ਹੁੰਦੀ ਆ ਉਹਦਾ ਪੂਰਾ ਰਿਕਾਰਡ ਹੁੰਦਾ ਹੈ ਕਿ ਗੱਲਬਾਤ ਜਿਹੜੀ ਸਾਡੀ ਕੀ ਹੋਈ ਗਾਹਕ ਨਾਲ, ਉਹਦਾ ਸਾਨੂੰ ਕੀ ਸਿੱਟਾ ਨਿਕਲਿਆ ਤੇ ਉਹਦੇ ਸੰਬੰਧੀ ਸਾਡੇ ਕੋਲ ਹੋਰ ਵੀ ਜਿਹੜੀ ਵੀ ਜਾਣਕਾਰੀ ਹੁੰਦੀ ਹੈ ਉਹ ਸਾਰੀ ਸਾਡੇ ਕੋਲ ਪਈ ਹੁੰਦੀ ਹੈ, ਠੀਕ ਹੈ। ਇਸ ਤੋਂ ਬਾਅਦ ਕੀ ਹੁੰਦਾ ਹੈ, ਜਿਹੜਾ ਸੇਲ ਪਰਸਨ ਹੁੰਦਾ ਹੈ ਇਹ ਸਾਰੀਆਂ ਜਿਹੜੀ ਰਿਪੋਰਟਾਂ ਹੁੰਦੀਆਂ ਨੇ ਉਹ ਇੱਕ ਸੁਪਰਵਾਈਜ਼ਰ ਦੇ ਕੋਲ ਜਮ੍ਹਾਂ ਕਰਵਾਉਂਦਾ ਹੈ, ਠੀਕ ਹੈ। ਜੋ ਵੀ ਉਸ ਦੇ ਕੋਲ ਰਿਕਾਰਡ ਹੁੰਦਾ ਉਹ ਸਾਰਾ ਆਪਣੇ ਸੁਪਰਵਾਈਜ਼ਰ ਨੂੰ ਜਮ੍ਹਾਂ ਕਰਵਾ ਦਿੰਦਾ ਹੈ। ਇਹ ਰਿਪੋਰਟਾਂ ਸੁਪਰਵਾਈਜ਼ਰ ਨੂੰ ਕਿਸੇ ਕਰਮਚਾਰੀ ਦੇ ਬਾਰੇ ਕੀਮਤੀ ਸੁਝਾਅ ਦੇ ਸਕਦੀਆਂ। ਇਸ ਨਾਲ ਸੁਪਰਵਾਈਜ਼ਰ ਨੂੰ ਪਤਾ ਲੱਗ ਜਾਂਦਾ ਕਿ ਕਿਹੜਾ ਕਸਟਮਰ ਕਿੱਦਾਂ ਦਾ ਹੈਗਾ ਤੇ ਉਹਦੀ ਕੀ ਰਿਕੁਆਇਰਮੈਂਟ ਹੈਗੀ ਹੈ, ਠੀਕ ਹੈ ਬੱਚਿਓ। ਤੇ ਅਸੀਂ ਜਿਹੜੀ ਗਾਹਕ ਦੀ ਰਿਪੋਰਟ ਹੈਗੀ ਹੈ ਜਦੋਂ ਉਹ ਆਪਾਂ ਤਿਆਰ ਕਰਦੇ ਹਾਂ ਨਾ, ਕਸਟਮਰ ਸਰਵਿਸ ਰਿਪੋਰਟ ਆਪਾਂ ਤਿਆਰ ਕਰਦੇ ਤਾਂ ਆਪਾਂ ਕਿਹੜੇ ਗੱਲਾਂ ਦਾ ਜਿਹੜਾ ਧਿਆਨ ਹੈ ਉਹ ਮੋਸਟਲੀ ਰੱਖਦੇ ਹਾਂ। ਕੀ ਹੁੰਦਾ ਬੱਚੇ, ਜਦੋਂ ਵੀ ਅਸੀਂ ਆਪਣੀ ਗਾਹਕ ਸੇਵਾ ਰਿਪੋਰਟ ਤਿਆਰ ਕਰਨੀ ਹੁੰਦੀ ਹੈ ਤਾਂ ਅਸੀਂ ਗਾਹਕਾਂ ਦੀ ਕਿੰਨੀ ਗਿਣਤੀ ਹੈ, ਉਹਨਾਂ ਦਾ ਕੀ ਐਡਰੈਸ ਹੈ, ਉਹਨਾਂ ਦਾ ਮੋਬਾਈਲ ਨੰਬਰ ਕੀ ਹੈ, ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ। ਇਸ ਰਿਪੋਰਟ ਵਿੱਚ ਅਸੀਂ ਇਹ ਵੀ ਦਿਖਾਉਣਾ ਹੁੰਦਾ ਹੈ ਕਿ ਗਾਹਕ ਨੇ ਕੰਪਨੀ ਨੂੰ ਕਿਉਂ ਕਾਲ ਕੀਤੀ ਹੈ, ਉਸਨੇ ਕਿਸ ਤਰੀਕ ਨੂੰ ਸਾਨੂੰ ਕਾਲ ਕੀਤੀ ਹੈ, ਠੀਕ ਹੈ। ਤੇ ਗੱਲਬਾਤ ਦੀ ਮੁੱਖ ਜਾਣਕਾਰੀ ਕੀ ਸੀਗੀ, ਕਿਹੜਾ ਪ੍ਰੋਡਕਟ ਅਸੀਂ ਉਸਨੂੰ ਵੇਚਿਆ ਹੈ,
ਉਹ ਸਾਡੇ ਕੋਲ ਹੋਰ ਕਿਹੜੇ ਪ੍ਰੋਡਕਟ ਦੀ ਡਿਮਾਂਡ ਕਰ ਰਿਹਾ ਹੈ। ਠੀਕ ਹੈ, ਗਾਹਕ ਜਿਸ ਨੂੰ ਦੁਬਾਰਾ ਕਾਲ ਦੀ ਜ਼ਰੂਰਤ ਹੈ ਉਸ ਨੂੰ ਅਸੀਂ ਦੁਬਾਰਾ ਕਾਲ ਕਰਕੇ ਪੁੱਛਣਾ ਵੀ ਹੈਗਾ ਕਿ ਉਸ ਨੂੰ ਪ੍ਰੋਡਕਟ ਮਿਲ ਗਿਆ, ਕਿ ਉਹ ਸਾਡੇ ਪ੍ਰੋਡਕਟ ਤੋਂ ਖੁਸ਼ ਹੈਗਾ ਹੈ। ਤੇ ਗਾਹਕ ਜਿਸ ਨੂੰ ਵੀ ਸਰਵਿਸ ਦੀ ਲੋੜ ਹੈਗੀ ਆ ਉਸ ਤੱਕ ਅਸੀਂ ਆਪਣੀ ਸਰਵਿਸ ਜਿਹੜੀ ਆ ਉਹ ਪਹੁੰਚਾਉਣੀ ਵੀ ਹੁੰਦੀ ਹੈ। ਇਹ ਇੱਕ ਸੇਲ ਪਰਸਨ ਦੀ ਰਿਸਪੌਂਸਿਬਿਲਟੀ ਬਣਦੀ ਹੈਗੀ ਹੈ ਕਿ ਉਹ ਗਾਹਕਾਂ ਦੇ ਨਾਲ ਜੁੜਿਆ ਰਹੇ, ਉਹ ਗਾਹਕਾਂ ਦੀਆਂ ਹਰ ਪ੍ਰੋਬਲਮਸ ਨੂੰ ਧਿਆਨ ਨਾਲ ਸੁਣੇ, ਉਹਨਾਂ ਦੀਆਂ ਪ੍ਰੋਬਲਮਸ ਨੂੰ ਸੋਲਵ ਵੀ ਕਰੇ, ਤਾਂ ਜੋ ਜਿਹੜੇ ਗਾਹਕ ਹੈਗੇ ਉਹ ਸਾਡੇ ਕੰਮ ਤੋਂ ਖੁਸ਼ ਹੋਣ ਤੇ ਸਾਡਾ ਜਿਹੜਾ ਵਪਾਰ ਹੈਗਾ ਉਹ ਵੱਧ ਤੋਂ ਵੱਧ ਅੱਗੇ ਵੱਧ ਸਕੇ। ਇਹ ਸਾਰਾ ਕੰਮ ਬੱਚੇ ਆਪਾਂ ਕਿਉਂ ਕਰਦੇ ਹਾਂ? ਅਸੀਂ ਆਪਣੇ ਵਪਾਰ ਨੂੰ ਅੱਗੇ ਲੈ ਕੇ ਜਾਣ ਵਾਸਤੇ ਹੀ ਇਹ ਸਾਰੇ ਜਿਹੜੇ ਆਪਾਂ ਪਹਿਲੂ ਜਿਹੜੇ ਆ ਉਹ ਜ਼ਿੰਦਗੀ ਵਿੱਚ ਅਪਲਾਈ ਕਰਦੇ ਹਾਂ। ਠੀਕ ਹੈ ਬੱਚਿਓ।